ਸੈਮੀਆਮੂ ਕੈਟਜ਼ੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਪ੍ਰੋਗਰਾਮ ਲੈ ਕੇ ਤੇ ਇਸ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ। ਹਮੇਸ਼ਾ ਹੀ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਗੇਟਵੇ ਪੀਜ਼ਾ ਐਂਡ ਸਵੀਟਸ, ਦਾ ਅੰਪਾਇਰ ਬੈਂਕਟ ਹਾਲ ਅਤੇ ਐਕਮੇ ਟਰਾਂਸਪੋਰਟ ਲਿਮਟਿਡ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਓਟਵਾ ਦੇ ਵਿੱਚ ਜਿਹੜੀ ਇੱਕ ਬੰਬ ਦੀ ਅਫਵਾਹ ਫੈਲਾਈ ਗਈ ਜਦੋਂ ਸਿੱਖ ਉੱਥੇ 384 ਸੰਬੰਧੀ ਇੱਕ ਪ੍ਰੋਟੈਸਟ ਕਰ ਰਹੇ ਸੀਗੇ। 2 ਸਿੱਖਾਂ ਦੀ ਗ੍ਰਿਫਤਾਰੀ ਹੋਈ। ਪੂਰੇ ਮਾਮਲੇ ਨੂੰ ਲੈ ਕੇ ਹੁਣ NDP ਦੇ ਆਗੂ ਜਗਮੀਤ ਸਿੰਘ ਨੇ ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ, ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਜਥੇਦਾਰ ਜਿਹੜੇ ਕਾਰਜਕਾਰੀ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਬਾਰੇ ਚਰਚਾ ਕਿ ਉਹ ਸਰੀ ਪਧਾਰ ਰਹੇ ਅਗਲੇ ਹਫ਼ਤੇ। ਉਸ ਸੰਬੰਧੀ ਸਥਾਨਕ ਸਿੱਖ ਜਥੇਬੰਦੀਆਂ ਨੂੰ, ਸਿੱਖ ਸੁਸਾਇਟੀਆਂ ਨੂੰ ਕੁਝ ਇਤਰਾਜ਼ ਨੇ, ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ। ਅਤੇ ਜਿਹੜਾ ਭਾਰਤ ਦੇ ਵਿੱਚ ਫੌਜੀ ਭਰਤੀ ਸੰਬੰਧੀ ਨਵੀਂ ਸਕੀਮ ਚਲਾਈ ਗਈ ਅਗਨੀਪਥ, ਜਿਹਦੇ ਬਾਰੇ ਆਪਾਂ ਬੀਤੇ ਦਿਨੀਂ ਵੀ ਗੱਲਬਾਤ ਕੀਤੀ ਸੀਗੀ, ਉਹਨੇ ਪੂਰੇ ਭਾਰਤ ਵਿੱਚ ਅੱਗਾਂ ਲਾ ਦਿੱਤੀਆਂ। ਵਿਰੋਧ ਬਹੁਤ ਹੋ ਰਿਹਾ, ਕਾਹਦੇ ਲਈ ਹੋ ਰਿਹਾ ਇਹਦੀ ਆਪਾਂ ਗੱਲਬਾਤ ਕਰ ਰਹੇ ਹਾਂ। ਅਤੇ ਨਾਲੇ ਗੱਲਬਾਤ ਕਰਾਂਗੇ ਸੰਗਰੂਰ ਜ਼ਿਮਨੀ ਚੋਣ ਦੀ ਅਤੇ ਭਗਵੰਤ ਮਾਨ ਹੋਣੀ ਸੈਲਫ ਗੋਲ ਜਿਹੜਾ ਉਹ ਕਿਹੜਾ ਕੀਤਾ। ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਮੁੜਦੇ ਹਾਂ ਜੀ। ਪ੍ਰੋਗਰਾਮ ਦਾ ਸਹੋਤਾ ਸ਼ੋਅ 'ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ। ਕੈਨੇਡਾ ਦੇ ਵਿੱਚ ਮੁੱਖ ਵਿਰੋਧੀ ਧਿਰ NDP ਦੇ ਆਗੂ ਜਗਮੀਤ ਸਿੰਘ, ਉਹਨਾਂ ਨੇ ਕੈਨੇਡਾ ਸਰਕਾਰ ਤੋਂ, ਏਜੰਸੀਆਂ ਤੋਂ ਇਹ ਮੰਗ ਕੀਤੀ ਹੈ ਕਿ ਜੋ ਬੀਤੇ ਵੀਕਐਂਡ ਦੇ ਉੱਤੇ ਪਾਰਲੀਮੈਂਟ ਦੇ ਹਿੱਲ ਲਾਗੇ ਅਫਵਾਹ ਫੈਲਾਈ ਗਈ, ਜਿਸ ਕਾਰਨ 2 ਸਿੱਖਾਂ ਨੂੰ ਉੱਥੇ ਬੇਇੱਜ਼ਤ ਕੀਤਾ ਗਿਆ, ਉਹਨਾਂ ਦੇ ਕਕਾਰ ਲਹਾ ਕੇ ਉਹਨਾਂ ਦੀ ਤਲਾਸ਼ੀ ਲਈ ਗਈ। ਉਹ ਕਹਿੰਦੇ ਵੀ ਇਸ ਮਾਮਲੇ ਦੀ ਤੁਰੰਤ ਜਿਹੜੀ ਆ ਪੂਰੀ ਜਾਂਚ ਹੋਣੀ ਚਾਹੀਦੀ ਆ। ਪਤਾ ਲੱਗਣਾ ਚਾਹੀਦਾ ਕਿ ਜਿਹੜੀ ਅਫਵਾਹ ਫੈਲਾਉਣ ਵਾਲੇ ਆ ਕੌਣ ਸੀਗੇ। ਸਰਕਾਰ ਨੂੰ ਇਹ ਤੁਰੰਤ ਹੁਕਮ ਦੇਣੇ ਚਾਹੀਦੇ ਆ ਕਿ ਸੰਬੰਧਿਤ ਏਜੰਸੀਆਂ, ਸੰਬੰਧਿਤ ਪੁਲਿਸ ਅਧਿਕਾਰੀ ਜਿਹੜੇ ਆ ਉਹ ਜਾਂਚ ਕਰਨ ਕਿ ਅਫਵਾਹ ਫੈਲਾਉਣ ਪਿੱਛੇ ਕੌਣ ਲੋਕ ਹੋ ਸਕਦੇ ਆ ਜਾਂ ਕਿਹੜੇ ਲੋਕ ਸ਼ਾਮਲ ਸੀਗੇ, ਤਾਂ ਕਿ ਜਿਹੜਾ ਸੱਚ ਆ ਉਹ ਸਾਹਮਣੇ ਆ ਸਕੇ। ਹੋਇਆ ਇਸ ਤਰ੍ਹਾਂ ਸੀਗਾ ਕਿ ਪਿਛਲੇ ਵੀਕਐਂਡ ਦੇ ਉੱਤੇ ਜੂਨ 84 ਦੇ ਘੱਲੂਘਾਰੇ ਦੀ ਜਿਹੜੀ ਤੀਜੇ ਘੱਲੂਘਾਰੇ ਦੀ ਵਰ੍ਹੇਗੰਢ ਮਨਾਉਣ ਦੇ ਵਾਸਤੇ ਹਰ ਸਾਲ ਦੀ ਤਰ੍ਹਾਂ ਸਿੱਖ ਇੱਕ ਜਥਾ ਲੈ ਕੇ ਪਾਰਲੀਮੈਂਟ ਹਿੱਲ ਓਟਵਾ ਕੈਨੇਡਾ ਦੀ ਰਾਜਧਾਨੀ ਪਹੁੰਚੇ ਹੋਏ ਸੀ। ਉੱਥੇ ਕਿਸੇ ਨੇ ਅਫਵਾਹ ਫੈਲਾਤੀ ਕਿ ਗੱਡੀ ਦੇ ਵਿੱਚ ਬੰਬ ਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਪਾਰਲੀਮੈਂਟ ਹਿੱਲ ਦੀ ਘੇਰਾਬੰਦੀ ਕੀਤੀ ਗਈ ਅਤੇ ਉੱਥੇ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਿੱਖਾਂ ਵਿੱਚੋਂ ਕੁਝ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੇ ਜਿਹੜੇ ਕਕਾਰ ਲਹਾ ਕੇ ਤਲਾਸ਼ੀ ਲਈ ਗਈ। ਅਤੇ ਜਦੋਂ ਬਾਅਦ 'ਚ ਪਤਾ ਲੱਗਾ ਕਿ ਇਹ ਤਾਂ ਕਿਸੇ ਨੇ ਇਲਤ ਕੀਤੀ ਆ, ਅਫਵਾਹ ਉਡਾਈ ਆ, ਅਤੇ ਬਾਅਦ ਦੇ ਵਿੱਚ ਉਹਨਾਂ ਸਿੱਖਾਂ ਦੇ ਕੋਲੋਂ ਪੁਲਿਸ ਅਧਿਕਾਰੀਆਂ ਵੱਲੋਂ ਮਾਫੀ ਮੰਗੀ ਗਈ। ਪਰ ਹੁਣ ਕੈਨੇਡਾ ਭਰ ਦੇ ਵਿੱਚ ਇਹ ਜਿਹੜੀ ਆ ਚਰਚਾ ਜ਼ੋਰ ਫੜ ਰਹੀ ਆ ਅਤੇ ਸਿੱਖਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਹਿਲੀ ਗੱਲ ਤਾਂ ਉਹ ਪੁਲਿਸ ਅਧਿਕਾਰੀ ਜਿਹੜੇ ਆ ਜਿਨ੍ਹਾਂ ਨੇ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਅਜਿਹੀ ਗ੍ਰਿਫਤਾਰੀ ਕੀਤੀ, ਕਕਾਰ ਲਹਾਏ, ਉਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਜਾਂ ਬਰਖਾਸਤ ਕੀਤਾ ਜਾਵੇ ਅਤੇ ਇਸ ਦੇ ਨਾਲ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ। ਇਸ ਦੇ ਨਾਲ ਹੀ ਜਿਹੜੀਆਂ ਪਾਰਟੀਆਂ ਆ, ਰਾਜਨੀਤਿਕ ਪਾਰਟੀਆਂ, ਚਾਹੇ ਸੱਤਾਧਾਰੀ ਲਿਬਰਲ ਪਾਰਟੀ ਆ ਜਾਂ ਹੋਰ ਆ, ਉਹਨਾਂ ਦੇ ਆਗੂਆਂ ਅੱਗੇ ਮੰਗ ਰੱਖੀ ਗਈ ਸੀ ਕਿ ਇਸ ਮੁੱਦੇ ਨੂੰ ਚੁੱਕਣ, ਕਿਉਂਕਿ ਇਹ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦੇ ਉੱਤੇ ਹਮਲਾ ਆ ਅਤੇ ਬਾਹਰੀ ਤਾਕਤਾਂ ਜਿਹੜੀਆਂ ਉਹ ਕਿਵੇਂ ਕੈਨੇਡਾ ਦਾ ਮਾਹੌਲ ਖਰਾਬ ਕਰ ਰਹੀਆਂ, ਉਹਦੀ ਇੱਕ ਸਿੱਧੀ ਮਿਸਾਲ ਆ। ਬਹੁਤ ਸਾਰੇ ਲੋਕਾਂ ਨੂੰ ਸ਼ੱਕ ਕਿਸੇ ਪਾਸੇ ਜਾ ਰਿਹਾ ਆ, ਸਿੱਧੇ ਨਾਂ ਜਿਹੜੇ ਨਹੀਂ ਲਏ ਜਾ ਰਹੇ। ਪਰ ਜਗਮੀਤ ਸਿੰਘ ਵੱਲੋਂ ਹੁਣ ਖੁੱਲ੍ਹ ਕੇ ਜਿਹੜੀ ਗੱਲ ਕੀਤੀ ਗਈ ਆ ਕਿ ਇਸ ਅਫਵਾਹ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਲੋਕਾਂ ਤੱਕ ਪੁੱਜਿਆ ਜਾ ਸਕੇ ਜਿਹੜੇ ਇਹੋ ਜਿਹੀਆਂ ਅਫਵਾਹਾਂ ਫੈਲਾਉਂਦੇ ਆ। ਕੈਨੇਡਾ ਦੇ ਵਿੱਚ ਬਹੁਤ ਸਾਰੇ ਸਮਾਗਮ ਹੁੰਦੇ ਆ। ਇਹ ਤਾਂ ਚਲੋ ਇੱਕ ਛੋਟਾ ਸਮਾਗਮ ਸੀਗਾ, ਵੱਡੇ ਵੱਡੇ ਨਗਰ ਕੀਰਤਨ ਲਿਖੇ ਜਾਂਦੇ ਆ। ਸੋ ਜੇਕਰ ਅਜਿਹੇ ਲੋਕ ਕੱਲ੍ਹ ਨੂੰ ਇਹ ਅਫਵਾਹਾਂ ਫੈਲਾ ਦੇਣਗੇ ਕਿ ਫਲਾਣੇ ਨਗਰ ਕੀਰਤਨ ਦੇ ਵਿੱਚ ਬੰਬ ਰੱਖਿਆ ਹੋਇਆ, ਤਾਂ ਕੀ ਫਿਰ ਉਹ ਕੈਂਸਲ ਕੀਤਾ ਜਾਊਗਾ ਜਾਂ ਉੱਥੇ ਕਿਹੋ ਜਿਹਾ ਪ੍ਰਬੰਧ ਕੀਤੇ ਜਾਊਗੇ? ਇਹ ਇੱਕ ਵੱਡਾ ਸਵਾਲ ਜਿਹੜਾ ਬਣ ਗਿਆ ਆ। ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਬਹੁਤ ਹੀ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਲਿਆ ਜਾਵੇ ਅਤੇ ਤੁਰੰਤ ਇਹਦੀ ਮੁਕੰਮਲ ਜਾਂਚ ਕਰਵਾਈ ਜਾਵੇ ਤਾਂ ਕਿ ਮੁੜ ਕੇ ਕੋਈ ਇਹੋ ਜਿਹੀ ਇਲਤ ਨਾ ਕਰ ਸਕੇ ਜਿਸ ਦੇ ਕਾਰਨ ਕੋਈ ਪ੍ਰੋਗਰਾਮ ਵੀ ਖਰਾਬ ਹੋਵੇ ਅਤੇ ਬਿਨਾਂ ਵਜ੍ਹਾ ਕਿਸੇ ਦੀ ਜਿਹੜੀ ਆ ਬੇਇੱਜ਼ਤੀ ਹੋਵੇ। ਸੋ ਹੁਣ ਦੇਖਣ ਵਾਲੀ ਗੱਲ ਹੋਣੀ ਹੈ ਕਿ ਲਿਬਰਲ ਪਾਰਟੀ ਇਸ ਮਸਲੇ ਨੂੰ ਕਿੱਦਾਂ ਲੈਂਦੀ ਹੈ। ਹਾਲਾਂਕਿ ਜਿਹੜੇ ਕੈਬਨਿਟ ਮਿਨਿਸਟਰ ਮਾਰਕੋ ਮੈਂਡੋਸੀਨੋ, ਉਹਨਾਂ ਨੇ ਕਿਹਾ ਕਿ ਬਹੁਤ ਗੰਭੀਰ ਮਾਮਲਾ ਆ। ਸੋ ਅਜਿਹੀਆਂ ਅਫਵਾਹਾਂ ਫੈਲਾਉਣੀਆਂ ਗੈਰ ਕਾਨੂੰਨੀ ਵੀ ਆ ਅਤੇ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਆ। ਪਰ ਇਹ ਗੱਲਾਂ ਬਾਤਾਂ ਆ, ਇਦੋਂ ਵੱਧ ਕੇ ਐਕਟ ਕਰਨ ਦੀ ਹੁਣ ਲੋੜ ਆ। ਅਤੇ ਸਰਕਾਰ ਇਸ ਸੰਬੰਧੀ ਕੀ ਐਕਟ ਕਰਦੀ ਆ, ਕਿਹੜੀ ਜਾਂਚ ਬਿਠਾਉਂਦੀ ਆ, ਅਫਵਾਹ ਫੈਲਾਉਣ ਵਾਲਿਆਂ ਤੱਕ ਕਿਵੇਂ ਪਹੁੰਚਿਆ ਜਾਂਦਾ ਆ, ਇਸ ਵਾਸਤੇ ਕੈਨੇਡਾ ਦੀ ਸਿੱਖ ਕਮਿਊਨਿਟੀ ਲਿਬਰਲ ਸਰਕਾਰ ਵੱਲ ਨਿਗਾਹਾਂ ਕੱਢ ਕੇ ਬੈਠੀ ਹੈ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਇੱਕ ਲੋਕਲ ਮਾਮਲੇ ਦੀ। ਹੋ ਇਸ ਤਰ੍ਹਾਂ ਰਿਹਾ ਕਿ ਅਫਵਾਹ ਇੱਕ ਚਰਚਾ ਜਿਹੜੀ ਹੈ ਉਹਨੇ ਜਨਮ ਲਿਆ ਹੋਇਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰੀ ਪਧਾਰ ਰਹੇ ਆ।
ਬੇਸ਼ੱਕ ਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਹਜੇ ਆ ਕੋਈ ਵੀ ਐਲਾਨ ਜਿਹੜਾ ਨਹੀਂ ਕੀਤਾ ਗਿਆ, ਨਾ ਹੀ ਉਹਨਾਂ ਦੇ ਦਫ਼ਤਰ ਵੱਲੋਂ ਕੋਈ ਇਹੋ ਜਿਹੀ ਜਾਣਕਾਰੀ ਜਿਹੜੀ ਆ ਜਨਤਕ ਕੀਤੀ ਗਈ ਆ, ਪਰ ਲੋਕਲ ਪੱਧਰ ਦੇ ਉੱਤੇ ਕੁਝ ਧਿਰਾਂ ਵੱਲੋਂ ਇਹ ਮੈਸੇਜ ਜਿਹੜਾ ਆ ਉਹ ਫੈਲਾਇਆ ਜਾ ਰਿਹਾ ਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਜਿਹੜੇ ਸਰੀ ਪਧਾਰ ਰਹੇ ਆ, ਜੂਨ 20 ਤੋਂ ਲੈ ਕੇ 23 ਤੱਕ ਉਹਨਾਂ ਨੇ ਇੱਥੇ ਰਹਿਣਾ, ਜਿਹਦੇ ਵਿੱਚ ਫਿਰ 21 ਜੂਨ ਤੋਂ ਲੈ ਕੇ 22 ਜੂਨ ਤੱਕ ਉਹਨਾਂ ਨੇ ਖਾਲਸਾ ਸਕੂਲ ਸਰੀ ਦੇ ਵਿੱਚ ਕੁਝ ਪ੍ਰੋਗਰਾਮ ਲਿਖੇ ਹੋਏ ਆ। ਖਾਲਸਾ ਸਕੂਲ ਜਿਹੜਾ ਕਿ ਸਰਦਾਰ ਰਪਦਮਨ ਸਿੰਘ ਮਲਕ ਹੁਣਾਂ ਦੀ ਅਗਵਾਈ ਦੇ ਵਿੱਚ ਚੱਲਦਾ ਆ, ਸੋ ਉੱਥੇ ਉਹਨਾਂ ਦੇ ਪ੍ਰੋਗਰਾਮ ਲਿਖ ਕੇ ਜੋੜਦੇ ਆ ਉਹਨਾਂ ਦੇ ਨਾਲ, ਉਸ ਗਰੁੱਪ ਦੇ ਨਾਲ, ਉਸ ਧੜੇ ਦੇ ਨਾਲ ਕਿ ਜਥੇਦਾਰ ਹੁਣੀ ਉੱਥੇ ਪੁੱਜ ਰਹੇ ਆ, ਜਿਸ ਦਾ ਕਿ ਇਸ ਗੱਲ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਾਫੀ ਇਤਰਾਜ਼ ਵੀ ਹੋ ਰਿਹਾ ਆ। ਸੋ ਜਿਹੜੇ ਸੱਦਾ ਪੱਤਰ ਵਟਸਐਪ ਦੇ ਉੱਤੇ ਘੁੰਮ ਰਹੇ ਆ, ਉਹਨਾਂ ਵਿੱਚ ਇਹ ਕਿਹਾ ਗਿਆ ਕਿ ਖਾਲਸਾ ਸਕੂਲ ਦੇ ਵਿੱਚ ਉਹਨਾਂ ਨੇ ਜੂਨ 21 ਨੂੰ ਦੁਪਹਿਰ ਦੇ ਸਮੇਂ ਜਿਹੜਾ ਜੀ ਲੰਗਰ ਛਕਣਾ ਆ, ਅਤੇ ਇਸੇ ਤਰੀਕੇ ਜੂਨ 22 ਨੂੰ ਕਿ ਸ਼ਾਮ ਨੂੰ ਪ੍ਰੋਗਰਾਮ ਜਿਹੜਾ 5 ਤੋਂ 7 ਜਿਹੜਾ ਵੱਡਾ ਖਾਲਸਾ ਸਕੂਲ ਓਲਡ ਜੇਲ੍ਹ ਰੋਡ ਵਾਲਾ ਸਰੀ ਵਾਲਾ ਉੱਥੇ ਰੱਖਿਆ ਗਿਆ ਆ, ਜਿੱਥੇ ਕਿ ਸਿਰਫ ਸੱਦਾ ਪੱਤਰ ਰਾਹੀਂ ਜਿਹੜੇ ਬੰਦੇ ਸੱਦੇ ਗਏ ਹੋਣਗੇ ਉਹੀ ਜਾ ਸਕਣਗੇ। ਅਤੇ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਉਹਨਾਂ ਦੀ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਆ ਉਹ ਸਖਤ ਹੋਣਗੇ। ਸੋ ਮਤਲਬ ਕੀ ਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਥੇ ਆਉਣਾ ਆ, ਅਤੇ ਜਿਹੜੀ ਸਥਾਨਕ ਸੰਗਤ ਆ ਉਹ ਚਾਹੁੰਦੀ ਹੈ ਕਿ ਜੇ ਉਹਨਾਂ ਨੇ ਆਉਣਾ ਤਾਂ ਉਹ ਸਾਰੇ ਗੁਰਦੁਆਰਿਆਂ ਦੇ ਵਿੱਚ ਜਾਣ, ਜਾ ਕੇ ਸੰਗਤ ਦੇ ਜਿਹੜੇ ਆ ਵਿਚਾਰ ਸੁਣਨ, ਆਪਣੇ ਵਿਚਾਰ ਉਹਨਾਂ ਨੂੰ ਦੇਣ, ਸੰਗਤ ਉਹਨਾਂ ਨੂੰ ਮਿਲਣਾ ਚਾਹੁੰਦੀ ਆ। ਪਰ ਜਿਹੜੇ ਇਸ ਤਰੀਕੇ ਚੁੱਪ ਚਪੀਤੇ ਆਉਣ ਦੀ ਗੱਲ ਕਹੀ ਜਾ ਰਹੀ ਆ, ਖਾਸ ਕਰ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦਾ ਪਿਛੋਕੜ ਦਾਗੀ ਆ, ਇਸ ਮਸਲੇ ਨੂੰ ਲੈ ਕੇ ਸੰਗਤਾਂ ਦੇ ਵਿੱਚ ਇਤਰਾਜ਼ ਆ। ਹੁਣ ਇਸ ਇਤਰਾਜ਼ ਨੂੰ ਜਿਹੜੀ ਜ਼ਬਾਨ ਦਿੱਤੀ ਆ ਉਹ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਅੰਟਾਰੀਓ ਗੁਰਦੁਆਰਾ ਕਮੇਟੀ ਨੇ। ਇਹ ਦੋਵੇਂ ਸੰਸਥਾਵਾਂ ਜਿਹੜੀਆਂ ਉਹ BC ਅਤੇ ਅੰਟਾਰੀਓ ਦੇ ਵਿੱਚ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਦੀ ਨੁਮਾਇੰਦਗੀ ਕਰਦੀਆਂ ਆ। ਇਹਨਾਂ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਦੇ ਵਿੱਚ ਇਹ ਗੱਲ ਜਿਹੜੀ ਆ ਮੀਡੀਆ ਨੂੰ ਭੇਜੀ ਗਈ ਆ ਕਿ ਉਹ ਕਹਿੰਦੇ ਵੀ ਜਿਹੜਾ ਇਹ ਅਹੁਦਾ ਆ ਜਥੇਦਾਰ ਅਕਾਲ ਤਖਤ ਸਾਹਿਬ ਦਾ ਬੜਾ ਸਤਿਕਾਰਤ ਆ, ਅਤੇ ਸਾਰੇ ਸਿੱਖ ਜਿਹੜੇ ਆ ਉਹਨੂੰ ਇਸ ਅਹੁਦੇ ਨੂੰ ਸੁਪਰੀਮ ਮੰਨਦੇ ਆ। ਪਰ ਕੈਨੇਡਾ ਦੀਆਂ ਸੰਗਤਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਖਬਰ ਮਿਲੀ ਆ ਕਿ ਇਹ ਜਿਹੜੇ ਜਥੇਦਾਰ ਕਾਰਜਕਾਰੀ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਲੋਕਾਂ ਕੋਲ ਆ ਰਹੇ ਆ ਜਿਨ੍ਹਾਂ ਦੇ ਉੱਤੇ ਦੋਸ਼ ਆ ਕਿ ਉਹਨਾਂ ਨੇ ਚੋਰੀ ਛਿਪੇ ਅਕਾਲ ਤਖਤ ਸਾਹਿਬ ਦੇ ਨਿਯਮਾਂ ਦੀ, ਅਸੂਲਾਂ ਦੀ ਉਲੰਘਣਾ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਦੀ ਛਪਾਈ ਕੀਤੀ। ਉਦੋਂ ਬਾਅਦ ਫੜੇ ਗਏ, ਫਿਰ ਅਕਾਲ ਤਖਤ ਸਾਹਿਬ ਦੇ ਉਦੇਸ਼ ਦੇ ਉੱਤੇ ਉੱਥੋਂ ਪ੍ਰਿੰਟਿੰਗ ਜਿਹੜੀ ਪ੍ਰੈਸ ਸੀਗੀ ਉਹ ਚੁਕਾਈ ਗਈ, ਅਤੇ ਹਾਲੇ ਤੱਕ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਮਾਫੀ ਨਹੀਂ ਮੰਗੀ ਅਤੇ ਨਾ ਹੀ ਕੋਈ ਇਹਨਾਂ ਨੂੰ ਸਜ਼ਾ ਲਾਈ ਗਈ ਆ। ਸੋ ਅਜਿਹੇ ਲੋਕ ਜਿਹੜੇ ਆ ਜੇ ਉਹਨਾਂ ਦੇ ਕੋਲ ਜਥੇਦਾਰ ਸਾਹਿਬ ਆਉਣਗੇ ਤਾਂ ਇੱਕ ਆਪਣੇ ਆਪ ਦੇ ਵਿੱਚ ਬਹੁਤ ਗਲਤ ਸੁਨੇਹਾ ਜਾਊਗਾ ਉਹਨਾਂ ਲੋਕਾਂ ਲਈ ਜਿਹੜੇ ਕਿ ਅਕਾਲ ਤਖਤ ਤੇ ਜਥੇਦਾਰ ਨੂੰ ਸੁਪਰੀਮ ਮੰਨਦੇ ਆ। ਉਹ ਕਹਿੰਦੇ ਹੁੰਦਾ ਤਾਂ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਕੋਈ ਦੋਸ਼ ਹੁੰਦੇ ਆ, ਜਿਨ੍ਹਾਂ ਨੇ ਕੋਈ ਗਲਤੀ ਕੀਤੀ ਹੁੰਦੀ ਆ, ਉਹਨਾਂ ਤੋਂ ਧਾਰਮਿਕ ਸ਼ਖਸੀਅਤਾਂ ਦੂਰੀ ਬਣਾ ਕੇ ਰੱਖਦੀਆਂ। ਪਰ ਬੀਤੇ ਵਿੱਚ ਦੇਖਣ ਵਾਲੀ ਗੱਲ ਇਹ ਹੋਈ ਆ ਕਿ ਬੀਬੀ ਜਗੀਰ ਕੌਰ ਦੇ ਪ੍ਰਧਾਨ ਹੁੰਦਿਆਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਇੱਥੇ ਆਇਆ, ਉਹ ਵੀ ਉਹਨਾਂ ਲੋਕਾਂ ਕੋਲ ਹੀ ਆਇਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਆ। ਅਤੇ ਹੁਣ ਜਿਹੜੀ ਜਥੇਦਾਰ ਉਹਨਾਂ ਦੀ ਫੇਰੀ ਦੀ ਗੱਲ ਚੱਲ ਰਹੀ ਆ, ਇਹ ਵੀ ਉਹਨਾਂ ਲੋਕਾਂ ਕੋਲ ਆਉਣ ਦੀ ਗੱਲ ਚੱਲ ਰਹੀ ਆ ਜਿਨ੍ਹਾਂ ਦੇ ਉੱਤੇ ਕਿ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆ, ਅਤੇ ਜਿਨ੍ਹਾਂ 'ਤੇ ਕੋਲੋਂ ਛਪਵਾਈ ਰਕਵਾਈ ਗਈ, ਉਦੋਂ ਬਾਅਦ ਉੱਥੋਂ ਪ੍ਰਿੰਟਿੰਗ ਪ੍ਰੈਸ ਜਿਹੜੀ ਆ ਉਹ ਚੁੱਕੀ ਗਈ ਆ। ਸੋ ਇਸ ਸੰਬੰਧੀ ਕੈਨੇਡਾ ਦੀ ਸਿੱਖ ਸੰਗਤ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਯਾਦ ਕਰਾਇਆ ਕਿ ਜਿਹੜੇ ਹੁਕਮਨਾਮੇ ਆ, ਆਦੇਸ਼ ਆ, ਉਹਨਾਂ ਦੇ ਉੱਤੇ ਖੁਦ ਵੀ ਪਹਿਰਾ ਦੇਣ, ਤਾਂ ਹੀ ਜਿਹੜੀ ਸਿੱਖ ਸੰਗਤ ਆ ਉਹਨਾਂ ਦੇ ਉੱਤੇ ਪਹਿਰਾ ਦੇ ਸਕਦੀ ਆ। ਅਤੇ ਜੇਕਰ ਉਹ ਅਜਿਹੇ ਲੋਕਾਂ ਦੇ ਨਾਲ ਕੋਈ ਸਾਂਝ ਰੱਖਦੇ ਆ, ਉਹਨਾਂ ਦੇ ਕੋਲ ਆਉਂਦੇ ਆ, ਤਾਂ ਉਹ ਸਿੱਖ ਸੰਗਤ ਦੇ ਨਾਲ ਵੱਡਾ ਧੋਖਾ ਗਿਣਿਆ ਜਾਊਗਾ। ਸੋ ਇਸ ਸੰਬੰਧੀ ਕੁਝ ਸਵਾਲ ਜਿਹੜੇ ਆ ਉਹ ਵੀ ਇਸ ਪ੍ਰੈਸ ਰਿਲੀਜ਼ ਦੇ ਵਿੱਚ ਚੱਕੇ ਗਏ ਆ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਸੀਂ ਕੈਨੇਡਾ ਆ ਰਹੇ ਆ ਤਾਂ ਕਿਸ ਦੇ ਸੱਦੇ ਦੇ ਉੱਤੇ ਆ ਰਹੇ ਆ, ਇੱਥੇ ਆਉਣ ਦਾ ਮਕਸਦ ਜਿਹੜਾ ਉਹ ਕੀ ਆ, ਕਿ ਜਿਹੜੀ ਛਪਾਈ ਦੀ ਗੱਲ ਚੱਲ ਰਹੀ ਹੈ ਕਿ ਵਿਦੇਸ਼ਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪਾਏ ਜਾਣੇ ਆ, ਇੱਕ ਵੱਡਾ ਵਿਵਾਦ ਜੁੜਿਆ ਰਿਹਾ ਥਮਿੰਦਰ ਸਿੰਘ ਆਨੰਦ ਦੇ ਸੰਬੰਧੀ। ਥਮਿੰਦਰ ਸਿੰਘ ਆਨੰਦ ਦਾ ਸੰਬੰਧ ਗਾਹਾਂ ਗੁਰਦੀਪ ਸਿੰਘ ਨਾਲ ਜੁੜਦਾ, ਗੁਰਦੀਪ ਸਿੰਘ ਦਾ ਸੰਬੰਧ ਗਾਹਾਂ ਰਬਦਮਨ ਸਿੰਘ ਮਲਕ ਹੁਣਾਂ ਨਾਲ ਜੁੜਦਾ, ਅਤੇ ਉਸ ਰਬਦਮਨ ਸਿੰਘ ਮਲਕ ਹੁਣਾਂ ਦੇ ਸੱਦੇ ਦੇ ਉੱਤੇ ਦੋਸ਼ ਲੱਗ ਰਹੇ ਆ ਕਿ ਜਥੇਦਾਰ ਹੁਣੀ ਆ ਰਹੇ ਆ। ਉਹ ਕਹਿੰਦੇ ਵੀ ਇਹਨੂੰ ਸਪਸ਼ਟ ਕਰੋ ਕਿ ਤੁਸੀਂ ਇਹ ਗੱਲ ਵਿੱਚ ਕਿੰਨੀ ਕੁ ਸੱਚਾਈ ਹੈਗੀ ਆ, ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਕੰਮ ਨੂੰ ਅੱਗੇ ਵਧਾਉਣ ਵਾਸਤੇ ਇੱਥੇ ਆ ਰਹੇ ਆ, ਕਿਸੇ ਨਿੱਜੀ ਫੇਰੀ ਦੇ ਉੱਤੇ ਆ ਰਹੇ ਆ, ਮਨਸ਼ਾ ਕੀ ਹੈ ਤੁਹਾਡਾ ਇੱਥੇ ਆਉਣ ਦਾ। ਅਤੇ ਬਾਕੀ ਇਹ ਗੱਲ ਕਿ ਤੁਸੀਂ ਜੇਕਰ ਇੱਥੇ ਕੈਨੇਡਾ ਵਿੱਚ ਆ ਰਹੇ ਆ, ਜਿਹੜੇ ਸੰਗਤੀ ਗੁਰਦੁਆਰਾ ਸਾਹਿਬਾਨ ਆ ਉੱਥੇ ਤੁਸੀਂ ਕਿਉਂ ਨਹੀਂ ਜਾ ਰਹੇ, ਉੱਥੋਂ ਤੁਹਾਨੂੰ ਕਿਹੜੀ ਗੱਲ ਦਾ ਖਤਰਾ ਹੈਗਾ ਆ, ਤੁਸੀਂ ਉਹਨਾਂ ਗੁਰਦੁਆਰਾ ਸਾਹਿਬਾਨਾਂ ਵਿੱਚ ਕਿਉਂ ਨਹੀਂ ਜਾਣਾ ਚਾਹੁੰਦੇ ਜਿੱਥੇ ਕਿ ਸੰਗਤ ਤੁਹਾਨੂੰ ਉਡੀਕ ਰਹੀ ਆ, ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਆ, ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦੀ ਆ ਜੀ। ਸੋ ਇਸ ਦੇ ਨਾਲ ਇਹ ਵੀ ਸਵਾਲ ਕੀਤਾ ਗਿਆ ਇਸ ਪ੍ਰੈਸ ਰਿਲੀਜ਼ ਦੇ ਵਿੱਚ ਕਿ ਕੈਨੇਡਾ ਦੀ ਧਰਤੀ 'ਤੇ ਤੁਸੀਂ ਆ ਰਹੇ ਆ, ਫਿਰ ਤੁਸੀਂ ਕਦੋਂ ਰਬਦਮਨ ਸਿੰਘ ਮਲਕ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਆ ਕਰੋਗੇ ਅਕਾਲ ਤਖਤ ਸਾਹਿਬ ਤੋਂ, ਜਿਨ੍ਹਾਂ ਦੇ ਉੱਤੇ ਦੋਸ਼ ਆ ਕਿ ਉਹਨਾਂ ਨੇ ਹੁਕਮਨਾਮੇ ਦੀ ਉਲੰਘਣਾ ਕਰਕੇ ਛਪਾਈ ਜਿਹੜੀ ਆ ਗਲਤ ਤਰੀਕੇ ਕੀਤੀ ਆ। ਸੋ ਇਹੋ ਜਿਹੇ ਸਵਾਲ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੁੱਛੇ ਗਏ ਆ। ਇਹ ਚਿੱਠੀ ਪ੍ਰੈਸ ਰਿਲੀਜ਼ ਬਕਾਇਦਾ ਤੌਰ ਦੇ ਉੱਤੇ
ਜਨਰਲ ਅਕਾਲ ਤਖਤ ਸਾਹਿਬ ਨੂੰ ਈਮੇਲ ਵੀ ਕੀਤੀ ਗਈ ਆ। ਸੋ ਆਉਣ ਵਾਲੇ ਕੁਝ ਘੰਟਿਆਂ ਵਿੱਚ ਜਾਂ ਦਿਨਾਂ ਵਿੱਚ ਇਹ ਗੱਲ ਕਲੀਅਰ ਹੋ ਸਕਦੀ ਆ ਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਆ। ਕਿ ਵਾਕਿਆ ਜਨਰਲ ਅਕਾਲ ਤਖਤ ਸਾਹਿਬ ਸਰੀ ਆ ਰਹੇ ਆ, ਜੇ ਸਰੀ ਆ ਰਹੇ ਆ ਤਾਂ ਕੀ ਵਾਕਿਆ ਉਹਨਾਂ ਲੋਕਾਂ ਕੋਲ ਆ ਰਹੇ ਆ ਜਿਨ੍ਹਾਂ ਦੇ ਉੱਤੇ ਹੁਕਮਨਾਮਿਆਂ ਦੀ ਉਲੰਘਣਾ ਕਰਨ ਦੇ ਦੋਸ਼ ਆ? ਕੀ ਵਾਕਿਆ ਹੀ ਉਹ ਸਿੱਖ ਸੰਗਤ ਨੂੰ ਪਿੱਠ ਦਿਖਾ ਰਹੇ ਆ, ਉਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਜਿੱਥੇ ਕਿ ਸੰਗਤ ਉਹਨਾਂ ਨੂੰ ਮਿਲਣਾ ਚਾਹੁੰਦੀ ਆ? ਸੋ ਇਹ ਆਉਣ ਵਾਲੇ ਸਮੇਂ ਵਿੱਚ ਕਲੀਅਰ ਹੋਣਾ, ਪਰ ਸੰਗਤ ਨੇ ਆਪਣੇ ਕੰਸਰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚਾ ਦਿੱਤੇ ਆ। ਸੋ ਹੁਣ ਉੱਧਰੋਂ ਕੀ ਜਵਾਬ ਆਉਂਦਾ ਆ, ਇਹਦੀ ਉਡੀਕ ਜਿਹੜੀ ਆ ਜੀ ਉਹ ਰਹਿਣੀ ਆ। ਭਾਰਤ ਦੇ ਵਿੱਚ ਫੌਜ ਦੀ ਭਰਤੀ ਸੰਬੰਧੀ ਚੱਲੀ ਅਗਨੀਪਥ ਸਕੀਮ ਬਾਰੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਦੱਸਦੇ ਆ ਰਹੇ ਹਾਂ। ਇਹ ਪੁਰਾਣੇ ਉਹਨਾਂ ਦੇ ਤੌਰ ਤਰੀਕੇ ਸੀਗੇ, ਬਹੁਤ ਚਿਰ ਤੋਂ ਜਿਹੜੇ ਸੰਘ ਦੇ ਪ੍ਰਚਾਰਕ ਆ ਉਹ ਕਹਿੰਦੇ ਆਏ ਸੀਗੇ ਕਿ ਫੌਜ ਦੇ ਵਿੱਚ ਜਿਹੜੀ ਭਰਤੀ ਆ ਉਹ ਇਸ ਤਰੀਕੇ ਹੋਵੇ ਕਿ ਇੱਕ ਸੋਚ ਵਾਲੇ ਲੋਕ ਜਿਹੜੇ ਅੱਗੇ ਜਾਣ। ਸੋ ਜਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਗਰਾਮ ਬਣਾਇਆ ਗਿਆ, ਸਕੀਮ ਬਣਾਈ ਗਈ ਵੀ 4 ਸਾਲ ਲਈ ਭਰਤੀ ਹੋਊਗੀ, ਸੋ ਉਹ ਤੋਂ ਸ਼ੰਕਾਵਾਂ ਜਿਹੜੀਆਂ ਉਤਪੰਨ ਹੋਣੀਆਂ ਇਹ ਕੁਦਰਤੀ ਸੀਗੀਆਂ। ਵੱਡੇ ਵੱਡੇ ਜਿਹੜੇ ਰੱਖਿਆ ਮਾਹਰ ਉਹਨਾਂ ਨੇ ਗੱਲ ਕਹੀ ਆ ਕਿ ਭਾਰਤ ਸਰਕਾਰ ਜਿਹੜੀ ਆ ਸੰਘ ਵੱਲੋਂ ਚਲਾਈ ਜਾ ਰਹੀ ਸਰਕਾਰ ਆ, ਅਤੇ ਸੰਘ ਆਪਣੇ ਬੰਦਿਆਂ ਨੂੰ ਫੌਜ ਵਿੱਚ ਵੜ ਕੇ ਟ੍ਰੇਨਿੰਗ ਦਿਵਾਉਣਾ ਚਾਹੁੰਦਾ ਤਾਂ ਕਿ 4 ਸਾਲਾਂ ਬਾਅਦ ਉਹਨਾਂ ਦੀ ਇੱਕ ਆਪਣੀ ਫੌਜ ਖੜੀ ਹੋ ਜਾਵੇ ਜਿਹਨੂੰ ਉਹ ਘੱਟ ਗਿਣਤੀਆਂ ਖਿਲਾਫ ਜਾਂ ਲੋਕਾਂ ਨੂੰ ਦਬਾਉਣ ਦੇ ਵਾਸਤੇ ਵਰਤ ਸਕਣ। ਇਸ ਦੇ ਨਾਲ ਹੀ ਹੁਣ ਜਿਹੜੀ ਵੱਖਰੀ ਗੱਲ ਉਹ ਇਹ ਚੱਲੀ ਕਿ ਇਸ ਦਾ ਵੱਡਾ ਵਿਰੋਧ ਹੋਣ ਲੱਗ ਪਿਆ ਪੂਰੇ ਭਾਰਤ ਦੇ ਵਿੱਚ, ਅਤੇ ਇਹ ਵੀ ਗੱਲ ਚੱਲੀ ਹੈ ਕਿ ਇਸ ਤਰੀਕੇ ਨਾਲ ਬੇਸ਼ੱਕ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਹੁਤ ਤਰੱਕੀ ਕਰ ਰਹੇ ਹਾਂ, ਪਰ ਇੱਕ ਤਰੀਕੇ ਦੇ ਨਾਲ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਆ, ਜਿਹੜਾ ਕਿ ਫੌਜ ਦੇ ਕੋਲ ਪੈਨਸ਼ਨ ਦੇਣ ਦੇ ਪੈਸੇ ਵੀ ਨਹੀਂ ਬਚੇ, ਜਿਸ ਕਰਕੇ ਫੌਜੀ ਵੀ ਹੁਣ ਕੰਟਰੈਕਟ ਦੇ ਉੱਤੇ ਭਰਤੀ ਕੀਤੇ ਜਾਣਗੇ। ਇਹਨਾਂ ਗੱਲਾਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਮਾਹੌਲ ਜਿਹੜਾ ਕਾਫੀ ਗਰਮਾਇਆ ਹੋਇਆ। ਉਹ ਇਲਾਕੇ ਜਿੱਥੇ ਕਿ ਫੌਜ ਦੀ ਵੱਡੀ ਭਰਤੀ ਹੁੰਦੀ ਆ ਉਹਨਾਂ ਇਲਾਕਿਆਂ ਦੇ ਵਿੱਚੋਂ ਲੋਕ ਵਿਰੋਧ ਕਰ ਰਹੇ ਆ, ਚਾਹੇ ਉਹ ਜੰਮੂ ਕਸ਼ਮੀਰ ਆ, ਚਾਹੇ ਹਿਮਾਚਲ ਆ, ਚਾਹੇ ਬਿਹਾਰ ਆ, ਚਾਹੇ ਯੂਪੀ ਆ। ਰੇਲ ਗੱਡੀਆਂ ਨੂੰ ਅੱਗਾਂ ਲਾਈਆਂ ਜਾ ਰਹੀਆਂ, ਸੜਕੀ ਆਵਾਜਾਈ ਰੋਕੀ ਜਾ ਰਹੀ ਆ, ਲੋਕ ਵੱਡੀ ਪੱਧਰ 'ਤੇ ਬਾਹਰ ਨਿਕਲ ਕੇ ਪੱਥਰਬਾਜ਼ੀ ਕਰ ਰਹੇ ਆ, ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਅਤੇ ਇਹਦੇ ਬਦਲੇ ਵਿੱਚ ਕਈ ਥਾਈਂ ਪੁਲਿਸ ਵੱਲੋਂ ਲਾਠੀ ਚਾਰਜ ਅਤੇ ਗੋਲੀ ਵੀ ਚਲਾਈ ਗਈ ਆ। ਇਸ ਦੇ ਨਾਲ ਹੀ ਕੁਝ ਲੋਕ ਜ਼ਖਮੀ ਵੀ ਹੋਏ ਆ। ਕੁਝ ਥਾਂ ਦੇ ਉੱਤੇ ਜਿਵੇਂ ਕਿ ਬਿਹਾਰ ਆ, ਉੱਥੇ ਲੋਕਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਫੌਜ ਵੀ ਤਾਇਨਾਤ ਕੀਤੀ ਗਈ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗੜਾ ਦੌਰੇ 'ਤੇ ਆਏ ਹੋਏ ਸੀਗੇ। ਇਸ ਇਲਾਕੇ ਦੇ ਵਿੱਚ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਰਹਿੰਦੇ ਆ, ਮੌਜੂਦਾ ਸੈਨਿਕ ਰਹਿੰਦੇ ਆ। ਇੱਥੇ ਵੀ ਕਾਫੀ ਵੱਡੇ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਹੈ ਜੀ। ਸੋ ਹੁਣ ਇੱਕ ਪਾਸੇ ਤਾਂ ਜਿਹੜੇ ਮੋਦੀ ਪੱਖੀ ਲੋਕ ਨੇ ਉਹ ਦਲੀਲਾਂ ਦੇ ਰਹੇ ਕਿ ਫੌਜ ਜਿਹੜੀ ਹੈ ਸੇਵਾ ਕਰਨ ਵਾਸਤੇ ਹੁੰਦੀ ਆ। ਇੱਥੋਂ ਤੱਕ ਕਿ ਸਾਬਕਾ ਆਰਮੀ ਚੀਫ ਜਨਰਲ VP ਮਲਿਕ ਨੇ ਵੀ ਇਹੀ ਕਿਹਾ ਕਿ ਫੌਜ ਦੇ ਵਿੱਚ ਲੋਕਾਂ ਨੂੰ ਲਾਲਚ ਵਾਸਤੇ ਨਹੀਂ ਆਉਣਾ ਚਾਹੀਦਾ, ਦੇਸ਼ ਦੀ ਸੇਵਾ ਕਰਨ ਵਾਸਤੇ ਜਿਹੜਾ ਆ ਆਉਣਾ ਚਾਹੀਦਾ ਆ। ਪਰ ਲੋਕ ਹੁਣ ਮੋੜਵੇਂ ਸਵਾਲ ਫਿਰ ਇਹ ਕਰ ਰਹੇ ਆ, ਉਹ ਕਹਿੰਦੇ ਵੀ ਜਿਹੜੇ ਲੀਡਰ ਆ ਇਹ ਸੇਵਾ ਕਰ ਰਹੇ ਆ, ਜਿਹੜੇ ਇਹ ਵੱਡੇ ਵੱਡੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਆ, ਹੋਰ ਵੱਡੇ ਵੱਡੇ ਮੰਤਰੀ ਆ, ਕੀ ਇਹ ਤਨਖਾਹ ਨਹੀਂ ਲੈਂਦੇ ਜਾਂ ਪੈਨਸ਼ਨਾਂ ਨਹੀਂ ਲੈਂਦੇ? ਜਾਂ ਜਿਹੜੇ ਜਨਰਲ ਮਲਿਕ ਵਰਗੇ ਲੋਕ ਸਾਨੂੰ ਸਲਾਹਾਂ ਦੇ ਰਹੇ ਆ ਕਿ ਦੇਸ਼ ਦੀ ਸੇਵਾ ਕਰਨੀ ਚਾਹੀਦੀ ਫੌਜ ਵਿੱਚ ਭਰਤੀ ਹੋ ਕੇ, ਕੀ ਇਹਨਾਂ ਨੇ ਆਪਣੀ ਪੈਨਸ਼ਨ ਬੰਦ ਕਰਾ ਦਿੱਤੀ ਆ? ਜਿਹੜੇ ਹੋਰ ਵੱਡੇ ਫੌਜੀ ਅਧਿਕਾਰੀ ਸਕੀਮ ਵਿੱਚ ਸ਼ਾਮਲ ਆ, ਕੀ ਉਹ ਇਸ ਵੇਲੇ ਤਨਖਾਹ ਨਹੀਂ ਲੈ ਰਹੇ? ਸੋ ਇਸ ਗੱਲ ਨੂੰ ਲੈ ਕੇ ਕਾਫੀ ਸਵਾਲ ਜਵਾਬ ਜਿਹੜੇ ਆ ਉਹ ਹੋ ਰਹੇ ਆ ਜੀ। ਸੋ ਇਹ ਬੇਸ਼ੱਕ ਫੌਜ ਦੇ ਵਿੱਚ ਸਾਰੇ ਪਾਸੇ ਭਰਤੀ ਦੇ ਉੱਤੇ ਅਸਰ ਪੈਣਾ, ਪਰ ਪੰਜਾਬ ਵਾਲੇ ਹੱਲੇ ਚੁੱਪ ਆ। ਹਾਲਾਂਕਿ ਇਹਦਾ ਸਿੱਧਾ ਅਸਰ ਇਸ ਅਗਨੀਪਥ ਸਕੀਮ ਦਾ ਸਿੱਖਾਂ ਦੇ ਉੱਤੇ ਪੈਣਾ ਆ। ਸਿੱਖ ਰੈਜੀਮੈਂਟ, ਪੰਜਾਬ ਰੈਜੀਮੈਂਟ ਵਿੱਚ ਜਿਹੜੀ ਸਿੱਖਾਂ ਦੀ ਭਰਤੀ ਆ ਉਹਦਾ ਸੰਤੁਲਨ ਖਰਾਬ ਕਰਨ ਦੇ ਵਾਸਤੇ ਉਹਦੇ ਵਿੱਚ ਹੋਰ ਲੋਕ ਸ਼ਾਮਲ ਕਰਨ ਦੀ ਜਿਹੜੀ ਗੱਲ ਕਹੀ ਗਈ ਆ। ਪਰ ਪੰਜਾਬ ਦੇ ਜਿਹੜੇ ਫੌਜੀਆਂ ਨਾਲ ਸੰਬੰਧਿਤ ਪਰਿਵਾਰ ਆ, ਸਿੱਖਾਂ ਨਾਲ ਸੰਬੰਧਿਤ ਪਰਿਵਾਰ ਆ, ਉਹ ਹਾਲੇ ਰਿਐਕਸ਼ਨ ਨਹੀਂ ਦੇ ਰਹੇ, ਜਦੋਂ ਕਿ ਬਿਹਾਰ, ਯੂਪੀ, ਹਿਮਾਚਲ ਪ੍ਰਦੇਸ਼ ਅਤੇ ਹੋਰ ਥਾਵਾਂ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ ਆ। ਜੇ ਅੰਕੜਿਆਂ ਵੱਲ ਦੇਖੀਏ ਤਾਂ ਯੂਪੀ ਦੇ ਵਿੱਚ ਇਸ ਵੇਲੇ 2,18,000 ਲੋਕ ਆ ਜਿਹੜੇ ਫੌਜ ਸੇਵਾਵਾਂ ਨਿਭਾ ਰਹੇ ਆ। ਬਿਹਾਰ ਦੇ ਵਿੱਚੋਂ 1,04,000, ਰਾਜਸਥਾਨ ਦੇ ਵਿੱਚੋਂ 1,03,000, ਜਦੋਂ ਕਿ ਮਹਾਰਾਸ਼ਟਰ ਦੇ ਪੰਜਾਬ ਦੇ ਵਿੱਚੋਂ ਤਕਰੀਬਨ 93,000 ਲੋਕ ਜਿਹੜੇ ਆ ਉਹ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਆ। ਪੰਜਾਬ ਹਾਲਾਂਕਿ ਭੂਗੋਲਿਕ ਤੌਰ ਦੇ ਉੱਤੇ ਨਾ ਬਾਕੀ ਸੂਬਿਆਂ ਨਾਲੋਂ ਬਹੁਤ ਛੋਟਾ ਆ, ਪਰ ਫਿਰ ਵੀ ਇੱਥੇ ਫੌਜ ਵਿੱਚ ਜਾਣ ਵਾਲਿਆਂ ਦੀ ਗਿਣਤੀ ਕਾਫੀ ਆ। ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚੋਂ ਵੀ ਇਹ ਵਿਦਰੋਹ ਜਿਹੜਾ ਆ ਉੱਠ ਸਕਦਾ ਆ। ਸਰਕਾਰ ਦੀ ਇਹ ਸਕੀਮ ਬੁਰੀ ਤਰ੍ਹਾਂ ਬੈਕਫਾਇਰ ਹੋਈ ਆ, ਜਿਸ ਕਰਕੇ ਸਰਕਾਰ ਨੂੰ ਹੁਣ ਜਵਾਬ ਨਹੀਂ ਆ ਰਹੇ। ਪੂਰੇ ਭਾਰਤ ਦੇ ਵਿੱਚ ਇਸ ਵੇਲੇ ਅੱਗਜ਼ਨੀ ਦਾ ਮਾਹੌਲ ਜਿਹੜਾ ਉਹ ਸਕੀਮ ਅਗਨੀਪਥ ਨੇ ਬਣਾ ਦਿੱਤਾ ਆ। ਇਹ ਕਹਿ ਲਈਏ ਕਿ ਅਗਨੀਪਥ ਵੱਲ ਰਾਹੀਂ ਇਹ ਕਿਹਾ ਜਾ ਰਿਹਾ ਸੀ ਕਿ ਇਹਨਾਂ ਨੇ ਅਗਨੀਵੀਰ ਤਿਆਰ ਕਰਨੇ ਆ। ਅਗਨੀਵੀਰ ਨਹੀਂ ਹਲੇ ਤਿਆਰ ਹੋਏ, ਹਲੇ ਤਾਂ ਅੱਗਾਂ ਹੀ ਲੱਗੀਆਂ ਆ ਜੀ। ਗੱਲ ਕਰੀਏ ਸੰਗਰੂਰ ਦੀ ਚੋਣ ਦੀ, ਜ਼ਿਮਨੀ ਚੋਣ ਜਿਹੜੀ ਲੋਕ ਸਭਾ ਦੀ 23 ਜੂਨ ਨੂੰ ਹੋਣੀ ਆ, 26 ਜੂਨ ਨੂੰ ਨਤੀਜੇ ਨਿਕਲਣੇ ਆ। ਬੜੀ ਦਿਲਚਸਪ ਇਹ ਚੋਣ ਹੋ ਜਾ ਰਹੀ ਆ। ਇਹਦੇ ਵਿੱਚ ਇੱਕ ਕਾਮਨ ਗੱਲ ਜਿਹੜੀ ਦਿਖਾਈ ਦੇ ਰਹੀ ਆ ਉਹ ਇਹ ਹੈ ਕਿ ਸਾਰੀਆਂ ਧਿਰਾਂ ਸਿਮਰਨਜੀਤ ਸਿੰਘ ਮਾਨ ਦੁਆਲੇ
ਹੋ ਗਈਆਂ ਆ। ਸੋ ਉਹਨਾਂ ਨੂੰ ਪ੍ਰਮੁੱਖ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ, ਵਿਰੋਧਤਾ ਕੀਤੀ ਜਾ ਰਹੀ ਆ। ਜੇ ਅਕਾਲੀ ਦਲ ਬਾਦਲ ਦੀ ਕਹੀਏ ਤਾਂ ਉਹ ਕਹਿ ਰਹੇ ਜੀ ਦੇਖੋ ਸਿਮਰਨ ਸਿੰਘ ਮਾਨ ਤਿਆਗ ਨਹੀਂ ਦਿਖਾ ਰਹੇ, ਬੀਬੀ ਕਮਲਦੀਪ ਕੌਰ ਉਹਨਾਂ ਦੇ ਹੱਕ ਦੇ ਵਿੱਚ ਬਹਿ ਜਾਣਾ ਚਾਹੀਦਾ ਸਿਮਰਨ ਸਿੰਘ ਮਾਨ ਉਹਨਾਂ ਨੂੰ। ਜਦੋਂ ਮਾਨ ਸਾਹਿਬ ਇਹ ਸਵਾਲ ਕਰਦੇ ਵੀ ਤੁਸੀਂ ਵੀ ਤਿਆਗ ਦਿਖਾਓ, ਜਥੇਦਾਰ ਹਵਾਰਾ ਜਿਹੜੇ ਆ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨੋ, ਸੁਖਬੀਰ ਸਿੰਘ ਬਾਦਲ ਦੀ ਥਾਂ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਓ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸੇ ਬੰਦੀ ਸਿੰਘ ਨੂੰ ਬਣਾਓ। ਉਹ ਗੱਲਾਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ? ਉਦੋਂ ਤਿਆਗ ਕਿਉਂ ਨਹੀਂ ਦਿਖਾਇਆ ਜਾ ਰਿਹਾ? ਕਾਂਗਰਸੀ ਡਰਾਵਾ ਦੇ ਰਿਹਾ ਵੀ ਖਾਲਿਸਤਾਨ ਬਣ ਜਾਣਾ ਜੇ ਮਾਨ ਜਿੱਤ ਗਿਆ ਤਾਂ। ਹਾਲਾਂਕਿ ਇੱਕ MP ਦੀ ਇਹ ਜ਼ਿਮਨੀ ਚੋਣ ਆ, ਸੈਂਕੜੇ MP ਹੋਰ ਸੂਬਿਆਂ ਵਿੱਚੋਂ ਬਣੇ ਆ, ਪਰ ਮਾਨ ਉਹਨਾਂ ਦੀ ਜਿੱਤ ਨੂੰ ਇੱਦਾਂ ਪੇਸ਼ ਕੀਤਾ ਜਾ ਰਿਹਾ। ਰਾਜਾ ਵੜਿੰਗ ਕਹਿ ਰਿਹਾ ਕਿ ਜੇ ਖਾਲਿਸਤਾਨ ਬਣ ਗਿਆ ਜਿਹੜਾ 25 ਲੱਖ ਨੂੰ ਕਿੱਲਾ ਹੈਗਾ ਜ਼ਮੀਨ ਦਾ ਉਹ ਘਟ ਕੇ 1.5 ਲੱਖ ਨੂੰ ਰਹਿ ਜਾਣਾ। ਸੋ ਬੜੀਆਂ ਹਾਸੋਹੀਣੀਆਂ ਤੇ ਬੇਤੁਕੀਆਂ ਗੱਲਾਂ ਕੀਤੀਆਂ ਜਾ ਰਹੀਆਂ। ਤੇ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਹੈਗੀ। ਭਗਵੰਤ ਮਾਨ ਨੇ ਅੱਜ ਵਿਰੋਧਤਾ ਕਰਦਿਆਂ ਸਿਰਾ ਲਾ ਦਿੱਤਾ, ਲੋਕਾਂ ਨੂੰ ਡਰਾਉਂਦਿਆਂ ਕਹਿ ਗਏ, ਕਹਿੰਦੇ ਅਸੀਂ ਤਾਂ ਪਿਆਰ ਵੰਡਦੇ ਹਾਂ। ਸਿਮਰਨਜੀਤ ਸਿੰਘ ਮਾਨ ਜਿਹੜਾ ਉਹ ਤਲਵਾਰ ਚੁੱਕੀ ਫਿਰਦਾ। ਹੈਰਾਨੀ ਦੀ ਗੱਲ ਹੈ ਕਿ ਉਹੀ ਭਗਵੰਤ ਮਾਨ ਹੈ ਜਿਹੜੇ ਕਿ ਸ਼ਹੀਦ ਭਗਤ ਸਿੰਘ ਨੂੰ ਕਹਿੰਦੇ ਮੈਂ ਆਦਰਸ਼ ਮੰਨਦਾ। ਉਹ ਭਗਤ ਸਿੰਘ ਜਿਨ੍ਹਾਂ ਦੇ ਹੱਥ ਵਿੱਚ ਪਿਸਤੌਲ ਵੀ ਹੋਇਆ ਕਰਦਾ ਸੀਗਾ ਤੇ ਜਿਨ੍ਹਾਂ ਨੂੰ ਫਾਂਸੀ ਇਸ ਕਰਕੇ ਲੱਗੀ ਹੈ ਕਿ ਉਹਨਾਂ ਦੇ ਕਤਲ ਦੇ ਇਲਜ਼ਾਮ ਸੀਗੇ। ਸੋ ਅਜਿਹਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਾਇਦ ਇਹ ਵੀ ਭੁੱਲ ਗਿਆ ਕਿ ਤਲਵਾਰ ਕੀ ਹੁੰਦੀ ਆ ਤੇ ਕਿਰਪਾਨ ਕੀ ਹੁੰਦੀ ਆ। ਤੇ ਜਿਹੜੇ ਸਿਮਰਨ ਸਿੰਘ ਮਾਨ ਜਿਹੜੇ ਕਿ ਖੁਦ ਇੱਕ ਅੰਮ੍ਰਿਤਧਾਰੀ ਸਿੱਖ ਆ ਤੇ ਉਹ ਕਿਰਪਾਨ ਕਿਉਂ ਰੱਖਦੇ ਆ, ਗੁਰੂ ਸਾਹਿਬ ਦਾ ਆਦੇਸ਼ ਕੀ ਆ। ਇਸ ਕਰਕੇ ਅੱਜ ਕਾਫੀ ਭਗਵੰਤ ਮਾਨ ਦਾ ਵਿਰੋਧ ਜਿਹੜਾ ਉਹ ਵੀ ਹੋ ਰਿਹਾ ਤੇ ਪੁੱਛਿਆ ਜਾ ਰਿਹਾ ਕਿ ਕੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਸਿੱਖਾਂ ਦੇ ਉੱਤੇ ਕਿਰਪਾਨ ਰੱਖਣ ਦੇ ਉੱਤੇ ਵੀ ਪਾਬੰਦੀ ਲੱਗ ਗਈ ਆ। ਬਾਕੀ ਸਿਮਰਨ ਸਿੰਘ ਮਾਨ ਉਹਨਾਂ ਦੇ ਨਾਲ ਬਹੁਤ ਗੱਲਾਂ 'ਤੇ ਸਹਿਮਤੀ ਹੋ ਸਕਦੀ ਆ, ਉਹਨਾਂ ਦੀ ਰਾਜਨੀਤੀ ਨਾਲ ਸਹਿਮਤੀ ਹੋ ਸਕਦੀ ਆ, ਪਰ ਜਿਹੜੀ ਉਹਨਾਂ ਦੀ ਕਿਰਪਾਨ ਦੇ ਉੱਤੇ ਟਿੱਪਣੀਆਂ ਬੜੀ ਘਟੀਆ ਆ ਤੇ ਇੱਕ ਖੁਣਸ ਵਿੱਚੋਂ ਨਿਕਲੀ ਆ। ਹਮੇਸ਼ਾ ਇੱਕ ਬਰਤਾਂਤ ਜਿਹੜਾ ਜਦੋਂ ਸਿਮਰਨ ਸਿੰਘ ਮਾਨ ਦੇ ਉਲਟ ਸਿਰਜਣਾ ਜਾਂਦਾ ਤਾਂ ਮੁੱਢ ਤੋਂ ਹੀ ਕਿਰਪਾਨ ਦਾ ਇਸ਼ੂ ਜਿਹੜਾ ਆ ਬਣਾਇਆ ਜਾਂਦਾ ਆ, ਚਾਹੇ ਉਹ 1989 ਸੀਗਾ ਤੇ ਚਾਹੇ ਉਹ 2002 ਆ ਗਿਆ ਆ। ਕਿਰਪਾਨ ਦੀ ਗੱਲ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਪਾਈ ਜਾਂਦੀ ਆ ਤੇ ਇਹ ਸਮਝਾਇਆ ਜਾਂਦਾ ਵੀ ਇਹਦੇ ਹੱਥ ਵਿੱਚ 3 ਫੁੱਟੀ ਕਿਰਪਾਨ ਆ, ਪਤਾ ਨਹੀਂ ਇਹਨਾਂ ਨੇ ਇਸ ਕਿਰਪਾਨ ਦੇ ਨਾਲ ਕੀ ਕਰ ਦੇਣਾ ਆ। ਪਰ ਜਿਸ ਤਰੀਕੇ ਭਗਵੰਤ ਮਾਨ ਵੱਲੋਂ ਕਿਰਪਾਨ ਦੇ ਬਾਰੇ ਟਿੱਪਣੀਆਂ ਕੀਤੀਆਂ ਗਈਆਂ, ਅੱਜ ਇਸ ਦਾ ਕਾਫੀ ਬੁਰਾ ਮਨਾਇਆ ਜਾ ਰਿਹਾ ਆ, ਕਿਉਂਕਿ ਭਗਵੰਤ ਮਾਨ ਉਹਨਾਂ ਨੇ ਇੱਕ ਤਰ੍ਹਾਂ ਬੋਲਦਿਆਂ ਸਿੱਖੀ ਸਿਧਾਂਤਾਂ ਦੇ ਬਾਰੇ ਆਪਣੀ ਜਿਹੜੀ ਆ ਕੱਚੀ ਸੋਚ ਦਾ ਮੁਜ਼ਾਹਰਾ ਕੀਤਾ ਹੈਗਾ ਜੀ। ਬਾਕੀ ਸੰਗਰੂਰ ਦੇ ਜਿਵੇਂ ਮੈਂ ਦੱਸਿਆ ਕਿ ਸਰਦਾਰ ਸਿਮਰਨ ਸਿੰਘ ਮਾਨ ਦਾ ਵਿਰੋਧ ਹਰ ਰਵਾਇਤੀ ਪਾਰਟੀ ਕਰ ਰਹੀ ਆ ਤੇ ਇਹਦਾ ਕਾਰਨ ਸਿਰਫ ਇਹ ਚੋਣਾਂ ਨਹੀਂ ਹੈਗਾ। ਇਹਦਾ ਕਾਰਨ ਇੱਕ ਹੋਰ ਵੱਡਾ ਇਹ ਹੈ ਕਿ ਜਿਹੜੀ ਨੌਜਵਾਨੀ ਪੰਜਾਬ ਦੀ ਆ ਉਸਲ ਵੱਟੇ ਲੈ ਰਹੀ ਆ। ਨੌਜਵਾਨੀ ਵਾਰ-ਵਾਰ ਪਰਖ ਚੁੱਕੀ ਆ ਪਾਰਟੀਆਂ ਨੂੰ, ਪਰ ਕੋਈ ਵੀ ਪਾਰਟੀ ਜਿਹੜੀ ਆ ਉਹਨਾਂ ਦੀਆਂ ਉਮੀਦਾਂ 'ਤੇ ਖਰੀਆਂ ਨਹੀਂ ਉਤਰ ਰਹੀ। ਉਹਨਾਂ ਵਿੱਚ ਇੱਕ ਨਾ ਉਮੀਦੀ ਜਿਹੜੀ ਹੈਗੀ ਆ, ਇੱਕ ਜੋਸ਼ ਜਿਹੜਾ ਹੈਗਾ ਆ, ਇੱਕ ਬੇਭਰੋਸਗੀ ਸੱਤਾ ਦੇ ਪ੍ਰਤੀ ਹੈਗੀ ਆ ਵੀ ਕੁਛ ਵੀ ਵਰਕਆਊਟ ਨਹੀਂ ਜੀ ਹੋ ਰਿਹਾ। ਸੋ ਉਹ ਜਵਾਨੀ ਜਿਹੜੀ ਆ ਉਹ ਇੱਕ ਆਪਦੇ ਮੇਚ ਦੇ ਲੀਡਰ ਦੀ ਭਾਲ ਦੇ ਵਿੱਚ ਆ ਤੇ ਇਸ ਕਰਕੇ ਉਹ ਰਵਾਇਤੀ ਸਿਆਸਤ ਤੋਂ ਅੱਕ ਕੇ ਉਹਨਾਂ ਲੋਕਾਂ ਵੱਲ ਮੂੰਹ ਦੇਖ ਰਹੀ ਆ ਜਿਹੜੇ ਕੁਝ ਕਰ ਸਕਦੇ ਆ। ਸੋ ਪੰਥਕ ਰਾਜਨੀਤੀ ਵਾਸਤੇ ਇੱਕ ਬੜਾ ਮਾਹੌਲ ਸਾਜ਼ਗਾਰ ਆ ਜੇਕਰ ਪੰਥਕ ਰਾਜਸੀ ਆਗੂ ਜਿਹੜੇ ਆ ਉਹ ਸੂਝ-ਬੂਝ ਤੋਂ ਕੰਮ ਲੈਣ ਤਾਂ ਇਸ ਜੋਸ਼ ਇਸ ਜਵਾਨੀ ਨੂੰ ਸੇਧ ਦੇ ਸਕਦੇ ਆ। ਵਰਨਾ ਜਿਹੜੀ ਪੁਲਿਸ ਆ, ਜਿਹੜੇ ਪ੍ਰਸ਼ਾਸਨ ਆ, ਸਰਕਾਰਾਂ ਆ, ਇਸ ਜਵਾਨੀ ਦਾ ਸ਼ਿਕਾਰ ਖੇਡਣ ਦੇ ਵਾਸਤੇ ਤਤਪਰ ਹੋਈਆਂ ਬੈਠੀਆਂ। ਪਰ ਜੇਕਰ ਪੰਥਕ ਆਗੂ ਇਸ ਜੋਸ਼ੀਲੀ ਜਵਾਨੀ ਨੂੰ, ਇਸ ਨੌਜਵਾਨੀ ਨੂੰ ਅਗਵਾਈ ਦੇ ਕੇ ਇਹਨੂੰ ਰਾਜਨੀਤਿਕ ਪਾਸੇ ਪਲਟ ਦੇਣ, ਇਹਨੂੰ ਕੂਟਨੀਤਿਕ ਪਾਸੇ ਪਲਟ ਦੇਣ ਤਾਂ ਕਿ ਇਹਨਾਂ ਨੌਜਵਾਨਾਂ ਦਾ ਨੁਕਸਾਨ ਨਾ ਹੋਵੇ, ਤਾਂ ਪੰਥਕ ਰਾਜਨੀਤੀ ਵੀ ਜਿਹੜੀ ਆ ਸਿਰ ਪੈਰ ਹੋ ਸਕਦੀ ਆ। ਕਿਉਂਕਿ ਗਾਂਹ ਜਿਹੜਾ ਸਮਾਂ ਆ ਰਿਹਾ ਆ ਉਹ ਰਾਜਨੀਤੀ ਦਾ ਕੰਮ ਘਟ ਰਿਹਾ ਆ। ਰਾਜਨੀਤੀ ਹੁਣ ਉਹੀ ਹੋਣੀ ਆ ਜਿਹੜਾ ਕਿ ਕੁਛ ਕਰਕੇ ਦਿਖਾਊਗਾ ਲੋਕਾਂ ਦੇ ਵਾਸਤੇ। ਸੋ ਜੇਕਰ ਚਾਹੁੰਦੇ ਆ ਪੰਥਕ ਆਗੂ ਕਿ ਉਹਨਾਂ ਦੇ ਕਿਤੇ ਪੈਰ ਲੱਗਣ ਤਾਂ ਇਸ ਨੌਜਵਾਨੀ ਨੂੰ ਹੁਣ ਸੇਧ ਦੇਣ ਦਾ ਸਮਾਂ ਆ, ਪੰਥਕ ਰਾਜਨੀਤੀ ਖੜੀ ਕਰਨ ਦਾ ਵੇਲਾ ਹੈਗਾ ਜੀ। ਅਖੀਰ ਦੇ ਵਿੱਚ ਵੀ ਗੱਲ ਆਪਾਂ ਭਗਵੰਤ ਮਾਨ ਹੋਣਾ ਦੀ ਕਰਨੀ ਆ। ਭਗਵੰਤ ਮਾਨ ਹੋਣੀ ਬੜੇ ਸੂਝਵਾਨ ਆ, ਬੜੇ ਲੰਮੇ ਅਰਸੇ ਤੋਂ ਆਪਣੀਆਂ ਉਹ ਗੱਲਾਂ ਦੇ ਨਾਲ ਲੋਕਾਂ ਨੂੰ ਹਸਾਉਂਦੇ ਰਹਿੰਦੇ ਆ। ਉਹਨਾਂ ਦੇ ਤਰਕ, ਉਹਨਾਂ ਦੀਆਂ ਦਲੀਲਾਂ, ਉਹਨਾਂ ਦੇ ਲੌਜਿਕ ਜਿਹੜੇ ਆ ਬੜੇ ਵਧੀਆ ਹੁੰਦੇ ਆ, ਇਸੇ ਕਾਰਨ ਲੋਕਾਂ ਨੂੰ ਪਸੰਦ ਵੀ ਕਰਦੇ ਰਹੇ ਆ। ਪਰ ਹੁਣ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਕੁਝ ਉਹ ਅਜਿਹੀਆਂ ਇਲੌਜਿਕ ਆ ਕਿ ਉਹਨਾਂ ਦਾ ਕੋਈ ਤਰਕ ਹੀ ਹੈ ਨਹੀਂ, ਬਿਲਕੁਲ ਤਰਕਹੀਣ ਗੱਲਾਂ ਜਿਹੜੀਆਂ ਉਹ ਹੈਗੀਆਂ ਤੇ ਹਾਸੇ ਦਾ ਪਾਤਰ ਵੀ ਬਣ ਰਹੀਆਂ। ਹੁਣ ਜਿਹੜੀ ਅੱਜ ਦੀ ਭਗਵੰਤ ਮਾਨ ਉਹਨਾਂ ਦੀ ਸਪੀਚ ਸੀ ਉਹਦੇ ਵਿੱਚ ਇੱਕ ਗੱਲ ਕਹਿ ਗਏ ਕਿ ਮੈਂ ਇਹ ਆਦੇਸ਼ ਦਿੱਤੇ ਕਿ ਸਾਧੂ ਸਿੰਘ ਧਰਮਸੋਤ ਨੂੰ ਜਿਹੜੇ ਕਿ ਕਾਂਗਰਸੀ ਆਗੂ ਭ੍ਰਿਸ਼ਟਾਚਾਰ ਦੇ ਦੋਸ਼ ਅਧੀਨ ਬੀਤੇ ਦਿਨੀ ਗ੍ਰਿਫਤਾਰ ਕੀਤੇ ਗਏ ਆ, ਇਸ ਵੇਲੇ ਪੁਲਿਸ ਹਿਰਾਸਤ ਵਿੱਚ ਆ, ਨਿਆਂਇਕ ਹਿਰਾਸਤ ਦੇ ਵਿੱਚ। ਉਹ ਕਹਿੰਦੇ ਵੀ ਮੈਂ ਕਿਹਾ ਵੀ ਧਰਮਸੋਤ ਨੂੰ ਰਾਤ ਨੂੰ 3 ਵਜੇ ਚੱਕ ਲਿਆਓ, ਵਰਨਾ ਇਹ ਨਾ ਹੋਵੇ ਕਿ ਸਵੇਰੇ ਸਾਰ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਚਲਾ ਜਾਵੇ।
ਜਦੋਂ ਭਗਵੰਤ ਮਾਨ ਇਹ ਗੱਲ ਕਹਿ ਰਹੇ ਆ ਤਾਂ ਇਹ ਦੱਸ ਰਹੇ ਆ ਵੀ ਜੇਕਰ ਕਿਤੇ ਹੋਰ ਪਾਰਟੀ ਵਿੱਚ ਚਲੇ ਜਾਂਦਾ ਇਹਦਾ ਮਤਲਬ ਉਹਦੀ ਗ੍ਰਿਫਤਾਰੀ ਨਹੀਂ ਸੀ ਹੋ ਸਕਦੀ। ਆਪਾਂ ਸਾਰੇ ਜਾਣਦੇ ਆ ਕਿ ਕਿਹੜੀ ਉਹ ਪਾਰਟੀ ਆ, ਭਾਜਪਾ, ਜਿਹਦੇ ਵਿੱਚ ਜਦੋਂ ਕੋਈ ਚਲਾ ਜਾਂਦਾ ਆ ਤਾਂ ਫਿਰ ਉਹਦੀ ਗ੍ਰਿਫਤਾਰੀ ਜਿਹੜੀ ਆ ਬਚ ਜਾਂਦੀ ਆ। ਹਰੇਕ ਦੇ ਮੂੰਹ ਦੇ ਉੱਤੇ ਇਹ ਗੱਲ ਜਿਹੜੀ ਹੈਗੀ ਆ। ਸੋ ਜੇਕਰ ਧਰਮਸੋਤ ਬੀਜੇਪੀ ਵਿੱਚ ਚਲੇ ਜਾਂਦੇ ਤਾਂ ਕੀ ਧਰਮਸੋਤ ਨੂੰ ਫੜਿਆ ਨਹੀਂ ਸੀ ਜਾ ਸਕਦਾ? ਕੀ ਭਗਵੰਤ ਮਾਨ ਹੁਣ ਇਹ ਕਹਿਣਾ ਚਾਹੁੰਦੇ ਆ? ਸੋ ਜਦੋਂ ਉਹ ਇਹ ਗੱਲ ਕਹਿੰਦੇ ਆ ਕਿ ਜੇ ਭਗਵੰਤ ਮਾਨ ਇਹ ਕਹਿੰਦੇ ਆ ਵੀ ਧਰਮਸੋਤ ਨੂੰ 3 ਵਜੇ ਤੋਂ ਪਹਿਲਾਂ ਗ੍ਰਿਫਤਾਰ ਨਾ ਕੀਤਾ ਜਾਂਦਾ ਤਾਂ ਹੋ ਸਕਦਾ ਸਵੇਰੇ ਦੂਜੀ ਪਾਰਟੀ ਵਿੱਚ ਚਲੇ ਜਾਂਦੇ। ਸੋ ਇਹਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਭਾਜਪਾ ਤੋਂ ਡਰਦੀ ਆ, ਜਾਂ ਆਮ ਆਦਮੀ ਪਾਰਟੀ ਦਾ ਕੋਈ ਭਾਜਪਾ ਦੇ ਨਾਲ ਸਮਝੌਤਾ ਹੋਇਆ ਆ ਜਿਹੜਾ ਬੰਦਾ ਉੱਧਰ ਚਲੇ ਗਿਆ ਉਹਨੂੰ ਫੜਨਾ ਨਹੀਂ ਹੈਗਾ। ਜੇ ਧਰਮਸੋਤ ਉਹਨੇ ਕਰਪਸ਼ਨ ਕੀਤੀ ਆ, ਚਾਹੇ ਉਹ ਅਕਾਲੀਆਂ ਚਲੇ ਜਾਂਦੇ, ਚਾਹੇ ਉਹ ਭਾਜਪਾ ਚਲੇ ਜਾਂਦੇ, ਚਾਹੇ ਬਹੁਜਨ ਸਮਾਜ ਪਾਰਟੀ ਚਲੇ ਜਾਂਦੇ, ਜਿਹੜਾ ਕਰਪਟ ਬੰਦਾ ਉਹਨੂੰ ਤਾਂ ਫੜਨਾ ਹੀ ਚਾਹੀਦਾ ਸੀਗਾ। ਕੀ ਫਿਰ ਦਾ ਮਤਲਬ ਭਗਵੰਤ ਮਾਨ ਉਹਨੀ ਪਾਰਟੀ ਦੇਖ ਕੇ ਬੰਦੇ ਫੜ ਰਹੇ ਆ ਵੀ ਜਿਹੜਾ ਭਾਜਪਾ 'ਚ ਚਲੇ ਜਾਂਦਾ ਉਹਨੂੰ ਨਹੀਂ ਫੜਨਾ, ਬਾਕੀਆਂ ਨੂੰ ਫੜ ਲਓ। ਸੋ ਇੱਕ ਸੈਲਫ ਗੋਲ ਜਿਹੜਾ ਆਪਣੇ ਗੋਲਾਂ ਦੇ ਵਿੱਚ ਗੋਲ ਆ ਉਹਨਾਂ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਇੱਕ ਹੋਰ ਉਹਨਾਂ ਨੇ ਜਿਹੜਾ ਸ਼ੋਸ਼ਾ ਛੱਡਿਆ ਉਹ ਇਹ ਕਿ ਮੈਨੂੰ ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਹੈ ਜੀ। ਹੁਣ ਇਹ ਇੱਕ ਮਸਲਾ ਆਪਣੇ ਆਪ ਦੇ ਬਹੁਤ ਗੰਭੀਰ ਮਸਲਾ ਆ ਕਿ ਸੂਬੇ ਦੇ ਮੁੱਖ ਮੰਤਰੀ ਨੂੰ, ਜਿਹਨੂੰ ਕਿ ਲੋਕਾਂ ਨੇ ਐਡਾ ਵੱਡਾ ਬਹੁਮਤ ਦਿੱਤਾ, 92 ਸੀਟਾਂ ਜਿਤਾਈਆਂ, ਉਹਨੂੰ 3 ਮਹੀਨਿਆਂ ਦੇ ਵਿੱਚ ਲੋਕ ਜਿਹੜੇ ਆ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਆ। ਸੋ ਉਹਨਾਂ ਨੇ ਇਹ ਤਾਂ ਨਹੀਂ ਦੱਸਿਆ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਫੋਨ ਦੇ ਉੱਤੇ ਆ ਰਹੀਆਂ ਜਾਂ ਕਿਸੇ ਨਜ਼ਦੀਕੀ ਨੂੰ ਸੁਨੇਹੇ ਦੇ ਕੇ ਆ ਰਹੀਆਂ। ਉਹਨਾਂ ਨੇ ਇਹ ਗੱਲ ਜਿਹੜੀ ਬੜੇ ਵੇਗ ਦੇ ਵਿੱਚ ਕਹਿ ਦਿੱਤੀ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ। ਇਹ ਅਜਿਹਾ ਕਹਿ ਕੇ ਵੀ ਉਹਨਾਂ ਨੇ ਇੱਕ ਸੈਲਫ ਗੋਲੇ ਕੀਤਾ ਆ, ਕਿਉਂਕਿ ਜੇ ਸੂਬੇ ਦਾ ਮੁੱਖ ਮੰਤਰੀ ਸੁਰੱਖਿਅਤ ਹੈ ਨਹੀਂ ਗਾ, ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ, ਤਾਂ ਫਿਰ ਲਾਅ ਐਂਡ ਆਰਡਰ ਕਿੱਥੇ ਰਹਿ ਗਿਆ ਪੰਜਾਬ ਦੇ ਵਿੱਚ, ਜਿਹਦੇ ਬਾਰੇ ਦਾਅਵਾ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਲਾਅ ਐਂਡ ਆਰਡਰ ਇੰਨਾ ਵਧੀਆ ਹੋ ਗਿਆ। ਉਹਦੇ ਆਧਾਰ ਦੇ ਉੱਤੇ ਕੇਜਰੀਵਾਲ ਹੁਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਕੇ ਵੋਟਾਂ ਮੰਗ ਰਹੇ ਆ। ਸੋ ਇਹ ਕਿਹੋ ਜਿਹਾ ਲਾਅ ਐਂਡ ਆਰਡਰ ਆ ਜਿਹਦੇ ਵਿੱਚ ਮੁੱਖ ਮੰਤਰੀ ਸੁਰੱਖਿਅਤ ਨਹੀਂ ਹੈਗਾ, ਉਹਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ। ਅਤੇ ਜੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਫੜੇ ਨਹੀਂ ਜਾ ਰਹੇ ਜਾਂ ਰੋਕੇ ਨਹੀਂ ਜਾ ਰਹੇ, ਸੋ ਆਮ ਬੰਦੇ ਦਾ ਕੀ ਹਾਲ ਹੋਊਗਾ? ਉਹ ਲੋਕ ਜਿਹੜੇ ਆਸ ਲਾ ਕੇ ਬੈਠੇ ਆ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਜਲਦ ਫੜੇ ਜਾਣਗੇ, ਜਿਹੜੇ ਪਹਿਲਾਂ ਧਮਕੀਆਂ ਦਿੰਦੇ ਸੀਗੇ ਫਿਰ ਉਹਨਾਂ ਨੇ ਕਤਲ ਕਰ ਦਿੱਤਾ, ਉਹ ਕਿਵੇਂ ਫੜੇ ਜਾਣਗੇ ਜੇਕਰ ਮੁੱਖ ਮੰਤਰੀ ਨੂੰ ਵੀ ਧਮਕੀਆਂ ਮਿਲ ਰਹੀਆਂ ਆ ਅਤੇ ਮੁੱਖ ਮੰਤਰੀ ਨੂੰ ਧਮਕੀਆਂ ਦੇਣ ਵਾਲੇ ਫੜੇ ਨਹੀਂ ਜਾ ਰਹੇ? ਸੋ ਇਹ ਦੋ ਸ਼ੋਸ਼ੇ ਜਿਹੜੇ ਭਗਵੰਤ ਮਾਨ ਹੋਣਾ ਵੱਲੋਂ ਛੱਡੇ ਗਏ, ਜਿਨ੍ਹਾਂ ਨੇ ਕਿ ਉਹਦਾ ਆਪਣਾ ਹੀ ਜਲੂਸ ਕਢਾਇਆ, ਦੱਸਿਆ ਕਿ ਇਹ ਸ਼ੋਸ਼ੇ ਜਿਹੜੇ ਆ ਬੁਰੀ ਤਰ੍ਹਾਂ ਫੇਲ ਹੋਏ ਆ, ਲੋਕਾਂ ਨੇ ਇਹਨਾਂ ਨੂੰ ਬਾਏ ਨਹੀਂ ਕੀਤਾ। ਇੱਥੇ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।